ਇੱਕ ਸਟੂਡੈਂਟ ਸੀ, ਹੁਣ ਉਹ ਉਸ ਕੰਮ ਨੂੰ ਨਜਾਇਜ਼ ਫਾਇਦਾ ਉਠਾ ਰਿਹਾ, ਏਰੀਏ ਨੂੰ ਜਾਣਦਾ ਸੀ ਤੇ ਇੱਥੇ ਲਿਆ ਕੇ ਕਰੰਸੀ ਉੱਥੋਂ ਵੇਚ ਰਿਹਾ ਤੇ ਇਹ ਅਸੀਂ ਇਹਨੂੰ ਪਕੜਿਆ ਤੇ 18 ਕਰੋੜ ਦੀ ਕਰੰਸੀ ਮੁਖਤਲਿਫ ਲੋਕਾਂ ਨੂੰ ਇਹਨੇ ਵੇਚੀ ਹੈ। ज़रूर शर्मिंदा हूँ। एज़ ए स्टूडेंट मैं मुझे शर्मिंदगी फ़ील हो रही। इंशाल्लाह दोबारा कभी ये काम नहीं करूँगा। ਲੈ ਕੇ ਹੋਲਡ ਕਰਨਾ ਮਤਲਬ ਇਹ ਜ਼ਖੀਰਾ ਅੰਦੋਜ਼ੀ ਕਰਨਾ ਜੁਰਮ ਹੈ, ਇਹਦੇ ਤੋਂ ਅਵਾਇਡ ਕਰਨ। ਇਹੀ ਮੈਸੇਜ ਹੈ ਡਿਪਾਰਟਮੈਂਟ ਦਾ। ईरानी रियाल ਜਿਹੜੇ ਅੱਜ ਕੱਲ ਬੜੇ ਬਲੈਕ ਦੇ ਵਿੱਚ ਵਿਕਦੇ ਪਏ ਨੇ, ਹਰ ਬੰਦੇ ਦੀ ਕੋਸ਼ਿਸ਼ ਹੁੰਦੀ ਕਿ ਮੈਂ ईरानी रियाल ਲੈ ਲਵਾਂ ਤਾਂ ਕਿ ਬਾਅਦ ਦੇ ਵਿੱਚ ਮਹਿੰਗੇ ਹੋਣੇ ਤੇ ਮੈਨੂੰ ਇਹਦੇ ਵਿੱਚ ਬੜਾ ਫਾਇਦਾ ਹੋਣਾ ਵਾ। ਜਿੱਥੇ ਵੀ ਜਾਓਗੇ ਹਰ ਬੰਦਾ ਕਹੇਗਾ ਯਾਰ ਮੈਨੂੰ ईरानी रियाल ਚਾਹੀਦੇ ਆ। ਇਸ ਤਰ੍ਹਾਂ ਦੀ ਇੱਕ ਬੰਦਾ ਜਿਹੜਾ ਕਿ ਬਲੈਕ ਦੇ ਵਿੱਚ ईरानी रियाल ਵੇਚਦਾ ਸੀ, FIA ਫੈਸਲਾਬਾਦ ਨੇ ਇਹਨੂੰ ਗ੍ਰਿਫਤਾਰ ਕੀਤਾ। ਮੇਰੇ ਨਾਲ SHO ਅਜਮਲ ਸਾਹਿਬ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ ਬੜੀ ਚੰਗੀ ਕਾਰਵਾਈ ਹੈ ਜਿਹਦੇ ਵਿੱਚ ਤੁਸੀਂ ਇਸ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਔਰ ईरानी रियाल ਵੀ ਇਹਦੇ ਕੋਲ ਬਰਾਮਦ ਕਰ ਲਏ ਨੇ। ਕਿੰਜ ਤੁਹਾਨੂੰ ਪਤਾ ਚੱਲਦਾ ਔਰ ਤੁਸੀਂ ਇਸ ਮੁਲਜ਼ਮ ਤੱਕ ਕਿੰਜ ਪਹੁੰਚਦੇ ਹੋ? ਇੱਕ ਬੰਦਾ ਹੈਗਾ ਸੀ, ਇਹਨੇ ਸੋਸ਼ਲ ਮੀਡੀਆ ਤੇ ਐਡ ਲਾਇਆ ਸੀ ਜੋ ਈਰਾਨੀ ਕਰੰਸੀ ਫੈਸਲਾਬਾਦ ਵਿੱਚ ਅਵੇਲੇਬਲ ਹੈ, ਸਸਤੇ ਦਾਮਾਂ ਤੇ ਅਵੇਲੇਬਲ ਹੈ, ਮੁਖਤਲਿਫ ਰੇਟ ਦਿੱਤੇ ਸੀ ਤੇ ਸਾਡੇ ਤੱਕ ਵੀ ਉਹ ਸਟੇਟਸ ਪਹੁੰਚਿਆ। ਇੱਕ ਬੰਦੇ ਨੇ ਰਾਬਤਾ ਕੀਤਾ ਜੋ ਬੰਦਾ ਵੇਚ ਰਿਹਾ, ਸਾਡੇ ਸੋਰਸ ਅਸੀਂ ਇਹਦੇ ਤੇ ਡਿਪਲੋਏ ਕਰ ਦਿੱਤਾ। ਇਹ ਮੁਖਤਲਿਫ ਰੇਟ ਉਹਨੂੰ ਦੇ ਰਿਹਾ ਸੀ, ਕਦੀ 12,000 ਦਾ ਦੇ ਰਿਹਾ ਸੀ, 1 ਕਰੋੜ, ਕਦੀ 6500 ਦਾ ਦੇ ਰਿਹਾ ਸੀ, 5300 ਚ ਇਹਦਾ ਉਹਦੇ ਨਾਲ ਤੈਅ ਹੋ ਗਿਆ। ਇਹਨੇ ਆਪਣਾ ਸਟੇਟਸ ਲਾਇਆ ਹੋਇਆ ਸੀ ਜੋ ਈਰਾਨੀ ਕਰੰਸੀ ਅਸੀਂ ਫੈਸਲਾਬਾਦ ਵਿੱਚ ਦਿੰਦੇ ਹਾਂ। ਅੱਛਾ, ਅਸੀਂ ਇਹਦੀ ਇਨਫੋਰਮੇਸ਼ਨ ਤੇ ਜਾਂਦੇ ਹਾਂ ਉੱਥੇ ਆਪਣੇ ਅਫਸਰਾਂ ਨੂੰ ਦੱਸ ਕੇ, ਉਹਨਾਂ ਤੋਂ ਇਜਾਜ਼ਤ ਲੈ ਕੇ। ਇਹ ਬੰਦਾ ਉੱਥੇ ਜਨਾਹ ਕਲੋਨੀ ਦੇ ਏਰੀਏ 'ਚ ਉਹਦੇ ਨਾਲ ਡੀਲਿੰਗ ਕਰ ਰਿਹਾ ਸੀ ਤੇ ਉਹਨੂੰ ਇਹਨੇ ਈਰਾਨੀ ਰਿਆਲ ਦਿੱਤੇ 18 ਕਰੋੜ, ਉਹਦੇ ਕੋਲੋਂ ਇਹਨੇ ਪੈਸੇ ਉਹਦੇ ਅਗੇਂਸਟ ਲਏ ਆ। ਅੱਛਾ, ਜਦੋਂ ਇਹਦੀ ਇਨਵੈਸਟੀਗੇਸ਼ਨ ਅਸੀਂ ਸ਼ੁਰੂ ਕੀਤੀ, ਇਹ ਪਹਿਲੇ ਤੇ ਸਟੂਡੈਂਟ ਰਿਹਾ, ਜਿਸ ਯੂਨੀਵਰਸਿਟੀ ਪੜ੍ਹਦਾ ਰਿਹਾ। ਇਹ ਕੁਵੇਟੇ ਦਾ ਕਿਲਾ ਸੈਫੁੱਲਾ ਦਾ ਰਿਹਾਇਸ਼ੀ ਹੈ। ਇਹ ਤੋਂ ਜਾਂਦਾ ਹੈ ਕੁਵੇਟੇ, ਉਹ ਤੋਂ ਬਾਰਡਰ ਏਰੀਆ ਦੀ ਜੋ ਕਰੰਸੀ ਇਕੱਠੀ ਕਰਦਾ ਹੈ ਉੱਥੇ ਲਿਆ ਕੇ ਫੈਸਲਾਬਾਦ ਵਿੱਚ ਮੁਖਤਲਿਫ ਲੋਕ ਜਿਹੜੇ ਸਮਝਦੇ ਨੇ ਕਰੰਸੀ ਮਹਿੰਗੀ ਹੋਏਗੀ ਤੇ ਅਸੀਂ ਹੋਲਡ ਕਰ ਲੈਂਦੇ ਹਾਂ, ਅਸੀਂ ਜਮ੍ਹਾਂ ਕਰ ਲੈਂਦੇ ਹਾਂ ਤੇ ਬਾਅਦ ਜਦੋਂ ਮਹਿੰਗੀ ਹੋਏਗੀ ਅਸੀਂ ਉਹ ਵੇਚਾਂਗੇ। ਤੇ ਇਹ ਉਸੇ ਦਾ ਫਾਇਦਾ ਉਠਾ ਰਿਹਾ, ਨਾ ਇਹਦੇ ਕੋਲ ਕੋਈ ਲਾਇਸੈਂਸ ਹੈਗਾ। ਇੱਕ ਸਟੂਡੈਂਟ ਸੀ, ਹੁਣ ਉਹ ਉਸ ਕੰਮ ਨੂੰ ਨਜਾਇਜ਼ ਫਾਇਦਾ ਉਠਾ ਰਿਹਾ, ਏਰੀਏ ਨੂੰ ਜਾਣਦਾ ਸੀ ਤੇ ਇੱਥੇ ਲਿਆ ਕੇ ਕਰੰਸੀ ਉੱਥੋਂ ਵੇਚ ਰਿਹਾ ਤੇ ਇਹ ਅਸੀਂ ਇਹਨੂੰ ਪਕੜਿਆ ਤੇ 18 ਕਰੋੜ ਦੀ ਕਰੰਸੀ ਮੁਖਤਲਿਫ ਲੋਕਾਂ ਨੂੰ ਇਹਨੇ ਵੇਚੀ ਹੈ। ਉਹਦੇ ਡਾਟੇ ਮੌਜੂਦ ਨੇ, ਇਹਦੇ ਮੋਬਾਈਲ 'ਚ ਅਸੀਂ ਫਰਾਂਸਿਕ ਵਾਸਤੇ ਮੋਬਾਈਲ ਵੀ ਭੇਜ ਦਿੱਤਾ ਤੇ ਉਹਦੇ ਬਾਅਦ ਇਹਦੇ ਅਕਾਊਂਟ ਵਗੈਰਾ ਵੀ ਅਸੀਂ ਚੈੱਕ ਕਰ ਰਹੇ ਹਾਂ ਕਿ ਇਹਨੇ ਹੁਣ ਤੱਕ ਕਿੰਨੀ ਕਰੰਸੀ ਵੇਚੀ, ਕਿਉਂਕਿ ਫੈਸਲਾਬਾਦ ਵਿੱਚ ਮੁਖਤਲਿਫ ਬੰਦਿਆਂ ਨੂੰ ਵੇਚ ਚੁੱਕੇ ਆ। ਅੱਛਾ ਸਰ, ਇਹ ਮਤਲਬ ਤੁਹਾਡੀ ਕੋਈ ਟੀਮ ਜਿਹਦੇ ਦੇ ਕੋਲ ਪਹੁੰਚਦੀ, ਇਹਦੇ ਕੋਲੋਂ ਕਿੰਨੇ ਬਰਾਮਦ ਹੁੰਦੇ ਜਿਹੜੇ ईरानी रियाल, ਇਹਦੇ ਕੋਲੋਂ ਕਿੰਨੇ ਬਰਾਮਦ ਹੁੰਦੇ? ਇਹ 18 ਕਰੋੜ ਰਿਕਵਰ ਹੋਇਆ ਸੀ ਕਿਉਂਕਿ ਇਹ ਫੀਲਡ 'ਚ ਹੀ ਵੇਚ ਰਿਹਾ ਸੀ। ਉਸ ਤੋਂ ਬਾਅਦ ਹੁਣ ਅਸੀਂ ਇਹਦੇ ਫਰਦਰ ਕਿਉਂਕਿ ਇਨਵੈਸਟੀਗੇਸ਼ਨ ਚੱਲਦੀ ਪਈ ਹੈ, ਅਸੀਂ ਰਿਕਵਰੀ ਹੋਰ ਵੀ ਇਹਦੇ ਕੋਲ ਕਰਨੀ ਹੈ ਕਿਉਂਕਿ ਇਹਨੇ ਮੁਖਤਲਿਫ ਜਗ੍ਹਾ ਫੈਸਲਾਬਾਦ ਵਿੱਚ ਇਹਨੇ ਕੁਆਟਰ ਲਏ ਨੇ ਕਿ ਮੁਖਤਲਿਫ ਜਗ੍ਹਾ ਤੇ ਇਹਨੇ ਕਿਧਰੇ ਰੱਖੀ ਆ, ਉਹ ਅਸੀਂ ਇਹਦੇ ਕੋਲ ਤਫਤੀਸ਼ ਰਿਕਵਰ ਕਰਾਂਗੇ। ਮਜ਼ੀਦ ਰਿਮਾਂਡ ਲਿਆ ਹੈ, ਰਿਮਾਂਡ 'ਚ ਇਨਸ਼ਾਅੱਲਾ ਰਿਕਵਰੀ ਮਜ਼ੀਦ ਕਰਾਂਗੇ। ਅੱਛਾ, ਇਹ ਉਸ ਤੋਂ ਪਹਿਲੇ ਕਿੰਨੇ ਕੁ ਵੇਚ ਚੁੱਕਿਆ? ਕਿਉਂਕਿ ਇਹ 18 ਕਰੋੜ ਤੇ ਹੁਣੇ ਬਰਾਮਦ ਹੋ ਗਿਆ, ਇਸ ਤੋਂ ਪਹਿਲੇ ਵੀ ਇਹਦਾ ਕੋਈ ਇਹ ਵੇਚਦਾ ਰਿਹਾ ਸੀ ਜਾਂ ਇਹ ਪਹਿਲੀ ਵਾਰੀ ਇਹਨੇ ਕੰਮ ਸ਼ੁਰੂ ਕੀਤਾ? ਨਹੀਂ, ਇਹਦੇ ਰਾਬਤੇ ਹੈਗੇ ਆ ਮੁਖਤਲਿਫ ਲੋਕਾਂ ਨੇ ਇਹਦੇ ਕੋਲੋਂ ਰੇਟ ਵੀ ਲਿਆ, ਕਰੰਸੀ ਦਿੱਤੀ ਵੀ ਹੈ ਮੁਖਤਲਿਫ ਲੋਕਾਂ ਨੂੰ। ਇਹ 1 ਕਰੋੜ ਦਾ ਨੋਟ ਵੀ ਇਹ ਦਿੰਦਾ ਰਿਹਾ ਜਿਹੜਾ ਈਰਾਨੀ ਰਿਆਲ ਵਿੱਚ ਹੈਗਾ। ਉਹ ਕਰੋੜ ਦੀ ਕਾਪੀ ਵੀ ਇਹਨੇ ਮੁਖਤਲਿਫ ਲੋਕਾਂ ਨੂੰ ਦਿੱਤੀ ਹੈ ਤੇ ਉਹ ਡਿਟੇਲ ਅਸੀਂ ਹਾਲੀ ਸ਼ੇਅਰ ਨਹੀਂ ਕਰਦੇ ਕਿਉਂਕਿ ਤਫਤੀਸ਼ ਚੱਲਦੀ ਪਈ ਹੈ। ਤਫਤੀਸ਼ ਚੱਲਦੀ ਪਈ ਹੈ। ਅੱਛਾ ਸਰ, ਇਹ ਵੈਸੇ ਬੜੀ ਅੱਛੀ ਗੱਲ ਹੈ। ਲੋਕ ਹਾਲੇ ਨਾ ਬੜੇ ਲੋਕ ਇਸ ਚੀਜ਼ ਦੇ ਵਿੱਚ ਪਿੱਛੇ ਪੈ ਨੇ ਕਿ ਹਰ ਜਗ੍ਹਾ ਤੋਂ ਨਾ ईरानी रियाल ਰੱਬ ਦੇ ਕਿ ਸਾਨੂੰ ईरानी रियाल ਮਿਲ ਜਾਣ, ਅਸੀਂ ਉਹਦੇ 'ਚ ਬੜਾ ਫਾਇਦਾ ਚੁੱਕਾਂਗੇ। ਜਿਹੜੇ ਲੋਕ ਇਸ ਤਰ੍ਹਾਂ ਦੇ ਹਾਲੇ ਲੱਭਦੇ ਪਏ ਜਾਂ ਖਰੀਦਦੇ ਪਏ, ਉਹਨਾਂ ਨੂੰ ਕੋਈ ਮੈਸੇਜ ਦਿਓ ਕਿ ਇਹਦੇ ਨਾਲ ਕੋਈ ਫਾਇਦਾ ਉਹਨਾਂ ਨੂੰ ਹੋ ਸਕਦਾ ਵਾ ਜਾਂ ਨਹੀਂ ਫਾਇਦਾ ਹੋ ਸਕਦਾ? ਨਹੀਂ, ਕਾਨੂੰਨ ਦੇ ਮੁਤਾਬਿਕ ਅਗਰ ਕਿਸੇ ਨੂੰ ਜ਼ਰੂਰਤ ਹੈ ਜ਼ਿਆਰਤਾਂ ਵਾਸਤੇ ਤੇ ਰਜਿਸਟਰਡ ਮਨੀ ਚੇਂਜਰਸ ਨੇ ਉਹ ਤੋਂ ਲੈਣ। ਇਹ ਲੈ ਕੇ ਹੋਲਡ ਕਰਨਾ ਮਤਲਬ ਇਹ ਜ਼ਖੀਰਾ ਅੰਦੋਜ਼ੀ ਕਰਨਾ ਜੁਰਮ ਹੈ, ਇਹਦੇ ਤੋਂ ਅਵਾਇਡ ਕਰਨ। ਇਹੀ ਮੈਸੇਜ ਹੈ ਡਿਪਾਰਟਮੈਂਟ ਦਾ FIA ਦਾ। ਤੇ ਅਗਰ ਕਿਸੇ ਨੂੰ ਜ਼ਰੂਰਤ ਹੈ, ਉਹ ਜਾਣਾ ਚਾਹੁੰਦਾ ਈਰਾਨ ਜਾਂ ਕਿਸੇ ਮੁਲਕ, ਉਹਨੂੰ ਜ਼ਿਆਰਤਾਂ ਵਾਸਤੇ ਜ਼ਰੂਰਤ ਹੈ ਕਿ ਉਹ ਰਜਿਸਟਰਡ ਮਨੀ ਚੇਂਜਰ ਤੋਂ ਲੈਣ। ਅੱਛਾ ਸਰ, ਅਗਰ ਕਿਸੇ ਬੰਦੇ ਨੇ ਕੋਈ 50 ਕਰੋੜ ਦੇ ਜਾਂ ਕੋਈ 1 ਅਰਬ ਦੇ ਰਿਆਲ ਲੈ ਕੇ ਰੱਖੇ ਹੋਏ ਨੇ ਆਪਣੇ ਕੋਲ, ਉਹਦੇ ਖਿਲਾਫ ਵੀ ਕੋਈ ਕਾਰਵਾਈ ਹੋ ਸਕਦੀ? ਅੱਛਾ, ਇਹਦੀ ਮਤਲਬ ਚੂँਕਿ ਵਾਲੀਅਮ ਬੜਾ ਵੱਡਾ ਦੱਸ ਰਹੇ ਨੇ ਨਾ, 1 ਕਰੋੜ 5300 ਦਾ ਮਿਲਦਾ ਹੈ। ਇਹ ਜਿਹੜਾ ਕਿ ਲੋਕ ਸੋਚਦੇ ਨੇ ਕੱਲ ਨੂੰ ਇਹ ਵਧੇਗਾ, ਇਹ 30,000 ਦਾ ਹੋ ਜਾਏਗਾ, ਕਰੋੜ 40,000 ਦਾ ਹੋ ਜਾਏਗਾ ਤੇ ਇਹਨਾਂ ਨੂੰ ਫਾਇਦਾ ਹੋਏਗਾ। ਇਹ ਮਤਲਬ ਮੁਖਤਲਿਫ ਜਿਹੜੇ ਲੋਕ ਹੈ ਬੈਨੀਫਿਸ਼ਰੀ, ਅਗਰ ਕਿਸੇ ਨੇ ਜ਼ਿਆਦਾ ਖਰੀਦੇ ਨੇ ਉਹ ਮੁਲਜ਼ਮ ਬਣਿਆ ਤੇ ਇਨਸ਼ਾਅੱਲਾ ਉਹਦੇ ਖਿਲਾਫ ਵੀ ਕਾਰਵਾਈ ਹੋਏਗੀ। ਬਿਲਕੁਲ, ਉਹਦੇ ਖਿਲਾਫ ਵੀ ਕਾਰਵਾਈ ਹੋਏਗੀ। ਸਾਡੇ ਨਾਲ ਉਹ ਮੁਲਜ਼ਮ ਮੌਜੂਦ ਹੈ ਜਿਹੜਾ ईरानी रियाल ਲਿਆਂਦਾ ਸੀਗਾ, ਲਿਆ ਕੇ ਇੱਥੇ ਫੈਸਲਾਬਾਦ ਵੇਚਦਾ ਸੀਗਾ। ਕਿੱਥੋਂ ਰਿਆਲ ਲਿਆ ਕੇ ਆਂਦਾ ਸੀ ਤੇ ਕਿੰਜ ਇੱਥੇ ਵੇਚਦਾ ਸੀ? सर टोटल 20 करोड़ थे और 15 लाख रियाल जो थे वो एक दोस्त ने उठाए। एक 50 लाख वाला नोट अपने मोबाइल के पीछे रखा है और एक और दोस्त है 1 करोड़ रियाल उसने उठाए। ਹੁਣ ਸ਼ਰमिंदा है तो अपने ਜਿਹੜੇ जो कर चुके हैं? जी सर, ज़रूर शर्मिंदा हूँ। एज ए स्टूडेंट मैं मुझे शर्मिंदगी फील हो रही। इंशाल्लाह दोबारा कभी ये काम नहीं करूँगा।
ਇਹ ਉਹ ਮੁਲਜ਼ਮ ਸੀਗਾ ਜਿਹੜਾ ਇਰਾਨੀ ਰਿਆਲ ਕੋਇਟਾ ਤੋਂ ਲੈ ਕੇ ਫੈਸਲਾਬਾਦ ਆਉਂਦਾ ਸੀ ਔਰ ਫੈਸਲਾਬਾਦ ਆ ਕੇ ਆਪਣੇ ਮੋਬਾਈਲ ਤੇ ਸਟੇਟਸ ਵਗੈਰਾ ਲਾ ਕੇ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਵੇਚਦਾ ਸੀ, ਕਿਉਂਕਿ ਹਰ ਬੰਦਾ ਚਾਹੁੰਦਾ ਸੀ ਕਿ ਇਰਾਨੀ ਰਿਆਲ ਅਸੀਂ ਲੈ ਲਈਏ, ਲੈ ਕੇ ਅਸੀਂ ਮਹਿੰਗੇ ਦਾਮਾਂ ਅਸੀਂ ਵੇਚਾਂਗੇ ਜਦੋਂ ਕੋਈ ਹਾਲਾਤ ਬਿਹਤਰ ਹੋਏ ਤੇ ਮਹਿੰਗੇ ਹੋਣਗੇ। ਲੇਕਿਨ ਸਰਾਸਰ ਗਲਤ ਆ। ਕੋਈ ਵੀ ਬੰਦਾ ਬਲੈਕ ਦੇ ਵਿੱਚ ਕਿਸੇ ਮੁਲਕ ਦੀ ਵੀ ਮਨੀ ਵੇਚਦਾ ਵਾ ਤੇ ਉਹਦੇ ਖਿਲਾਫ ਪੂਰੀ ਕਾਨੂੰਨੀ ਕਾਰਵਾਈ ਹੋਏਗੀ। ਤੁਸੀਂ ਇਸ ਕਾਨੂੰਨੀ ਕਾਰਵਾਈ ਤੋਂ ਬਚਣਾ ਵਾ। ਤੁਸੀਂ ਬਿਲਕੁਲ ਵੀ ਇਸ ਤਰ੍ਹਾਂ ਦਾ ਕੋਈ ਇਲੀਗਲ ਕੰਮ ਨਹੀਂ ਕਰਨਾ। ਅਗਰ ਤੁਸੀਂ ਲੈਣੇ ਵੀ ਆ, ਹਾਂ ਅਗਰ ਤੁਸੀਂ ਕਿਸੇ ਮੁਲਕ ਜਾਣਾ ਵਾ ਉੱਥੇ ਦੀ ਕਰੰਸੀ ਲਵੋ, ਜਿਹੜੇ ਰਜਿਸਟਰਡ ਅਦਾਰੇ ਆ ਉਹਨਾਂ ਕੋਲ ਜਾ ਕੇ ਲਵੋ, ਓਨੀ ਲਵੋ ਜਿਹੜੇ ਤੁਹਾਨੂੰ ਜ਼ਰੂਰਤ ਦੇ ਵਿੱਚ ਆ। ਅਗਰ ਤੁਸੀਂ ਜ਼ਿਆਦਾ ਲਵੋਗੇ ਤੁਹਾਡੇ ਖਿਲਾਫ ਫਿਰ ਪੂਰੀ ਕਾਨੂੰਨੀ ਕਾਰਵਾਈ ਹੋਏਗੀ। ਤੁਸੀਂ ਇਹਦੇ ਤੋਂ ਬਚਣਾ ਵਾ।